ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 49ਵਾਂ 39 ਸ਼ਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਓ, ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੇ ਤਾਹੇ। ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾਓ, ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾਓ। ਦੁਆਪਰ ਰਥ ਤਪੇ ਕਾ ਸਤ ਅਗੇ ਰਥਵਾਓ, ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥਵਾਓ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਓ। ਇੱਕ ਰਥ ਹੋ ਗਿਆ, ਇੱਕ ਰਥਵਾਓ। ਜਿਵੇਂ ਅਸੀਂ ਕੋਈ ਵਹੀਕਲ ਚਲਾਉਂਦੇ ਹਾਂ, ਵਹੀਕਲ ਆਪ ਤਾਂ ਚੱਲਦਾ ਨਹੀਂ ਭਾਈ। ਜੇ ਹੁਣ ਨਵੀਂ ਤਕਨੀਕੀਆਂ ਆ ਰਹੀਆਂ, ਕੰਪਿਊਟਰਾਈਜ਼ ਵੀ ਹੋ ਰਿਹਾ ਵਾ, ਪਰ ਤਾਂ ਉਹਨੂੰ ਚਲਾਓ ਤਾਂ ਬੰਦਾ ਹੀ। ਇਵੇਂ ਸਾਨੂੰ ਕੋਈ ਸ਼ਕਤੀ ਚਲਾ ਰਹੀ ਹੈ, ਉਹਦੇ ਬਾਰੇ ਸਾਨੂੰ ਸਤਿਗੁਰ ਸਮਝਾ ਰਹੇ ਨੇ, ਪਰ ਸਾਨੂੰ ਉਹਦਾ ਗਿਆਨ ਨਹੀਂ, ਬਾਣੀ ਉਹਦੇ ਗਿਆਨ ਕਰਾ ਰਹੀ ਹੈ ਆਪਾਂ ਨੂੰ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਬੁਰੇ ਭਲੇ ਸਾਰੇ ਉਹਦੇ ਨੇ ਭਾਈ। ਬੁਰਾਈਆਂ ਕਿਉਂ ਨੇ? ਜਦੋਂ ਅਸੀਂ ਪਰਮੇਸ਼ਰ ਤੋਂ ਭੁੱਲੇ ਹਾਂ, ਵਿਆਪਣ ਸਭੇ ਰੋਗ, ਫਿਰ ਬੁਰਾਈਆਂ ਨਾਲ ਜੁੜ ਜਾਂਦੇ ਹਾਂ। ਜਦੋਂ ਕਿਰਪਾ ਰਹਿਮਤ ਹੋ ਜਾਂਦੀ ਹੈ, ਅਸੀਂ ਗੁਰੂ ਸ਼ਬਦ ਦੀ ਵਿਚਾਰਨਾ ਗੁਰੂ ਅਨੁਸਾਰੀ ਹੋ ਜਾਂਦੇ ਹਾਂ, ਫਿਰ ਸਾਡੇ ਜੀਵਨ 'ਚ ਬਦਲਾਅ ਆ ਜਾਂਦਾ, ਜਿਹਨੂੰ ਆਪਾਂ ਧੀਆਂ ਪੁੱਤਾਂ ਦੇ ਵਿਆਹ ਵੇਲੇ ਲਾਵਾਂ ਵਿੱਚ ਲਾਵਾਂ ਪੜ੍ਹਦੇ ਹਾਂ ਚਾਰ। ਇਹ ਚਾਰ ਲਾਵਾਂ ਨੇ ਆਤਮਾ ਦੀਆਂ। ਲਾਭ ਹੁੰਦਾ ਜੁੜਨਾ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀਓ। ਜਿਵੇਂ ਬੱਚਾ ਇੱਕ ਘਰ ਛੱਡ ਕੇ ਦੂਏ ਘਰ ਨਾਲ ਜੁੜਦਾ ਹੈ, ਉਹਦੀ ਦੁਨੀਆ ਨਵੀਂ ਹੋਰ ਹੋ ਜਾਂਦੀ ਹੈ। ਇਵੇਂ ਸਾਡੇ ਜੀਵਨ 'ਚ ਪਰਿਵਰਤਨ ਆਉਂਦਾ ਰਹਿੰਦਾ ਹੈ। ਕਿਹਨੂੰ ਸਮਝ ਆਉਂਦੀ ਹੈ ਇਹ? ਜਿਹੜੇ ਗੁਰੂ ਅਨੁਸਾਰੀ ਹੁੰਦੇ ਨੇ, ਜਿਹੜੇ ਭਾਣੇ 'ਚ ਰਹਿੰਦੇ ਨੇ, ਉਹੀ ਤਾਂ ਗੁਰਸਿੱਖ ਨੇ ਭਾਈ। ਸਰੀਰ ਕਰਕੇ ਤਾਂ ਅਸੀਂ ਪੂਰਨ ਹੋ ਜਾਂਦੇ ਹਾਂ, ਸਰੀਰ ਕਰਕੇ ਤਾਂ ਅਸੀਂ ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲੈਂਦੇ ਹਾਂ, ਵਿਦਵਾਨ ਬਣ ਜਾਂਦੇ ਹਾਂ, ਬੜੇ ਬੜੇ ਸੰਤ, ਗੁਰੂ, ਬ੍ਰਹਮ ਗਿਆਨੀ, ਸੁਆਮੀ। ਨਹੀਂ ਭਾਈ, ਉਹ ਕੀ ਹੈ? ਉਹ ਸਾਡੀ ਅਗਿਆਨਤਾ ਹੈ। ਜਦੋਂ ਕਾਲ ਆਉਂਦਾ ਫਿਰ ਅਸੀਂ ਕਿੱਥੇ ਜਾਂਦੇ ਹਾਂ? ਜੋ ਤੂੰ ਕਹਿ ਤਾਤ ਭਵਾਨੀ, ਕਾਲ ਕੇ ਵੇਲੇ ਕਹਾ ਸੁਪਾਨੀ। ਜੋ ਪਿੱਛੇ ਪ੍ਰਚਲਿਤ ਮੱਤਾਂ ਸੀ, ਭਗਤ ਕਬੀਰ ਜੀ ਕਹਿੰਦੇ, ਫਿਰ ਕਿੱਥੇ ਲੁਕ ਜਾਂਦੀ ਹੈ ਤੂੰ? ਇਵੇਂ ਫਿਰ ਉਹ ਸੁਆਮੀ ਕਿੱਥੇ ਚਲੇ ਜਾਂਦੇ ਨੇ। ਇਵੇਂ ਉਹ ਜਿਹੜੇ ਗੁਰੂ ਬਣੇ ਹੁੰਦੇ, ਉਹ ਆਪ ਹੀ ਦੇਖ ਰਹੇ ਕੀ ਹੋ ਰਿਹਾ, ਗੁਰੂਆਂ ਦਾ ਕੀ ਹਾਲ ਹੋ ਰਿਹਾ। ਉਹ ਕੀ ਹੈ? ਉਹ ਅਗਿਆਨਤਾ ਹੀ ਹੈ ਭਾਈ। ਭਰਮ ਹੈ, ਸਾਨੂੰ ਗਿਆਨ ਨਹੀਂ ਨਾ, ਤਾਂ ਕਰਕੇ ਅਸੀਂ ਪਿੱਛੇ ਲੱਗ ਜਾਂਦੇ। ਉਹਨਾਂ ਨੂੰ ਵੀ ਵਿਚਾਰਿਆਂ ਨੂੰ ਗਿਆਨ ਨਹੀਂ ਹੁੰਦਾ, ਹੰਕਾਰ ਵੱਧ ਜਾਂਦਾ। ਜਿਹਨੂੰ ਕਾਲ ਆਉਂਦਾ, ਜਿਹਨੂੰ ਸਮਾਂ ਨਿਕਲ ਜਾਂਦਾ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ। ਆ ਦੇਖ ਰਹੇ ਅੱਜ ਬੜੇ ਬੜੇ ਧਾਰਮਿਕ ਗੁਰੂਆਂ ਦਾ ਵਿਚਾਰਿਆਂ ਦਾ ਕੀ ਹਾਲ ਹੈ। ਇਹਦਾ ਕਾਰਨ ਕੀ ਹੈ? 84 ਲੱਖ ਜੋਨ ਉਪਾਈ, ਮਾਨੁਖ ਕੋ ਦੀ ਵਡਿਆਈ। ਇਹ ਮਨੁੱਖਾ ਦੇਹੀ, ਇਹ ਲਾਸਟ ਪਦਵੀ ਹੈ, ਲਾਸਟ ਪੌੜੀ ਹੈ। ਸਭ ਤੋਂ ਵੱਡੀ ਅਕਲ ਜਾਂ ਕਹਿ ਲਈਏ ਬੁੱਧ ਬਲ ਸਾਨੂੰ ਮਨੁੱਖਾ ਦੇਹੀ 'ਚ ਆ ਕੇ ਪ੍ਰਾਪਤ ਹੁੰਦੀ ਹੈ। ਜਾਨਵਰਾਂ 'ਚ ਨਹੀਂ ਹੁੰਦੀ। ਥੱਲਿਓਂ ਡਿਵੈਲਪ ਹੁੰਦੀ ਹੈ, ਆਤਮਾ ਆਉਂਦੀ ਹੈ। ਹੂੰ ਆਇਆ ਦੂਰੋਂ ਚੱਲ ਕੇ, ਤੱਕੀ ਤੋ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੇ, ਮੇਰਾ ਸਭੋ ਦੁੱਖ ਗਵਾਏ ਜੀਓ। ਦੁੱਖਾਂ ਤੋਂ ਛੁਟਕਾਰਾ ਪਾਉਣੇ ਮਨ ਬੁੱਧੀ ਆਤਮਾ ਆਉਂਦੀ ਹੈ, ਪਰ ਹਰ ਇੱਕ ਜੂਨੀ ਸੌਂ ਜਾਂਦੀ ਹੈ। ਸਤਿਗੁਰੂ ਜਾਗਤਾ ਹੈ ਦਿਓ। ਸਤਿਗੁਰੂ ਦਾ ਦਰਸ਼ਨ ਕਰਨਾ ਪਹਿਲਾਂ ਆਪਾਂ ਤਾਂ ਸਿੱਧਾ ਹੀ ਪਰਮੇਸ਼ਰ ਦਾ ਭਾਲਦੇ ਹਾਂ ਭਾਈ। ਕਿਉਂ ਭਾਲਦੇ ਸਿੱਧਾ ਪਰਮੇਸ਼ਰ ਦਾ? ਜੋ ਪ੍ਰਚਲਿਤ ਬੱਤਾਂ ਸੀ ਉਹ ਆਪਾਂ ਨੂੰ ਲਾਲਚ ਦਿੰਦੀਆਂ ਸੀਗੀਆਂ। ਪੁੰਨ ਕਰੇ ਤਿਆਹ ਹੋ ਜਾਂਦਾ ਹੈ, ਪਾਪ ਕਰੇ ਤਿਆਹ ਹੋ ਜਾਂਦਾ ਹੈ। ਨਹੀਂ ਭਾਈ, ਸਾਰੀ ਅਗਿਆਨਤਾ ਵਾ। ਮੇਰ ਤਾਂ ਕਿਹਾ ਮੇਰ ਹੁੰਦਾ, ਤੂੰ ਮੇਰਾ ਮੇਰ ਪਰਬਤ। ਰਵਿਦਾਸ ਜੀ ਕਹਿੰਦੇ ਆ ਵੱਡਾ ਉੱਚਾ, ਜਿਵੇਂ ਕੈਲਾਸ਼ ਪਰਬਤ ਉੱਚਾ ਹੈ, ਇਵੇਂ ਮਨੁੱਖਾ ਦੇਹੀ 'ਚ ਆ ਕੇ ਸਭ ਤੋਂ
ਉੱਚੀ ਪਦਵੀ ਕਹਿ ਲਈਏ। ਇੱਥੋਂ ਫਿਰ ਆਪਾਂ ਆਪਦੇ ਘਰ ਨੂੰ ਜਾਣਾ, ਜਿਵੇਂ ਆਏ ਆ ਉਵੇਂ ਹੀ ਜਾਣਾ ਵਾ। ਉਹੀ ਸਤਿਗੁਰੂ ਸਮਝਾਉਂਦੇ ਨੇ ਯੁੱਗਾਂ ਬਾਰੇ। ਯੁੱਗ ਕੀ ਨੇ? ਇਹ ਆਤਮਾ ਦੀ ਅਵਸਥਾ ਦੇ ਨਾਂ ਨੇ। ਜੋ ਪਿੱਛੇ ਭਰਮ ਪਾਇਆ ਗਿਆ ਸੀ, ਤ੍ਰੇਤੇ 'ਚ ਰਾਮ ਆਇਆ ਜੀ, ਦੁਆਪਰ 'ਚ ਕ੍ਰਿਸ਼ਨ ਆਇਆ, ਕਲਯੁਗ ਦੇ ਵਿੱਚ ਬਹੁਤ ਕੁਝ ਚੱਲਦਾ। ਪਿਛਲੀਆਂ ਮੱਤਾਂ ਜੇ ਵਿਚਾਰਨ ਲੱਗਾਂਗੇ ਫਿਰ ਆਪਾਂ ਨੂੰ ਇਹਦੀ ਸਮਝ ਨਹੀਂ ਆਉਣੀ ਹੈਗੀ। ਜੇ ਅਸੀਂ ਆਪਦੇ ਵਿਸ਼ੇ ਨੂੰ ਛੱਡ ਕੇ ਦੂਜੇ ਵਿਸ਼ੇ ਦੀ ਵਿਚਾਰ 'ਚ ਪੈ ਜਾਵਾਂਗੇ ਤਾਂ ਇਹ ਤੋਂ ਰਹਿ ਜਾਵਾਂਗੇ। ਸਾਡਾ ਟਾਰਗੇਟ ਕੀ ਹੈ? ਸੱਚ ਦਾ ਦਰਸ਼ਨ ਕਰਨਾ। ਜਦੋਂ ਸਾਨੂੰ ਸੱਚ ਦਾ ਗਿਆਨ ਹੁੰਦਾ, ਸਾਰੀ ਖੇਲ ਆਪੇ ਹੀ ਸਮਝ ਆ ਜਾਂਦੀ ਹੈ। ਸਮਝ ਵੀ ਉਹਨੂੰ ਹੀ ਆਉਣੀ ਹੈ ਜਿਹੜਾ ਤੇ ਚੱਲੂ, ਦੂਜੇ ਨੂੰ ਨਹੀਂ ਸਮਝ ਆਉਣੀ ਹੈਗੀ। ਬਾਣੀ ਦਾ ਟਾਰਗੇਟ ਹੈ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਇਹ ਭਾਈ ਸਾਧ ਜਨਾਂ ਦੀ ਬਾਣੀ ਹੈ, ਭਗਤ ਜਨਾਂ ਦੀ। ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਜਿਹੜੇ ਪਹਿਲੇ ਦੋ ਪਦਾਰਥ ਨੇ ਆਪਾਂ ਨੂੰ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਪਹਿਲਾਂ ਸਭ ਤੋਂ ਆਪਾਂ ਨੂੰ ਗਿਆਨ ਹੋਣਾ, ਆਪਣੇ ਜੀਵਨ ਦੀ ਸ਼ੁਰੂਆਤ ਹੋਣੀ ਆ। ਗਿਆਨ ਤੋਂ ਬਿਨਾਂ ਮਨ ਹੀ ਨਹੀਂ ਟਿਕਣਾ। ਬਹੁਤ ਦੁਨੀਆ ਪਾਠ ਕਰਦੀ ਹੈ, ਕਿੰਨਾ ਕਿੰਨਾ ਪਾਠ ਕਰਦੇ ਨੇ, ਕਿੰਨਾ ਹੱਡ ਜੋਗ ਕਰਦੇ ਨੇ, ਪਰ ਮਨ ਤਾਂ ਟਿਕਿਆ ਨਹੀਂ ਹੈਗਾ। ਮਨ ਤਾਂ ਉੱਡਿਆ ਫਿਰਦਾ। ਕਬੀਰ ਮਨ ਪੰਖੀ ਪਿਓ ਦਹਿਦ ਸੁੱਡ ਜਾਏ। ਦੂਆ ਮੁਕਤ ਪਦਾਰਥ ਸੰਤੋਖ। ਜਦੋਂ ਮਾਇਆ ਤੋਂ ਸਾਨੂੰ ਸੰਤੋਖ ਹੋ ਜਾਂਦਾ, ਫਿਰ ਇਹਦੀ ਸਾਨੂੰ ਸਮਝ ਆਉਣੀ ਹੈ ਯੁੱਗ ਕੀ ਹੈ, ਆਤਮਾ ਕਿਵੇਂ ਆਉਂਦੀ ਹੈ, ਇਹ ਕਿਵੇਂ ਜਾਂਦੀ ਹੈ, ਉਹ ਸ਼ਕਤੀ ਸਾਰਿਆਂ ਦੀ ਪਾਲਣਾ ਕਿਵੇਂ ਕਰਦੀ ਹੈ। ਗੁਰੂ ਭਗਤ ਸਾਹਿਬਾਨਾਂ ਤਾਂ ਆਪਾਂ ਨੂੰ ਸਮਝਾਤਾ। ਬਾਣੀ ਵਿੱਚ ਤਾਂ ਹਰ ਇੱਕ ਸਵਾਲ ਦਾ ਜਵਾਬ ਹੈ, ਪਰ ਸਾਡੇ ਕੋਲ ਬੁੱਧੀ ਹੀ ਨਹੀਂ ਹੈਗੀ। ਸਾਡੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ ਭਾਈ। ਇਹ ਉਹੀ ਸਤਿਗੁਰ ਆਪਾਂ ਨੂੰ ਸਮਝਾਉਂਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਵਾ। ਰਥ ਸਰੀਰ ਆਪਣਾ, ਇਹਦੇ ਪਿੱਛੇ ਕੋਈ ਸ਼ਕਤੀ ਕੰਮ ਕਰ ਰਹੀ ਹੈ। ਜਿਵੇਂ ਰਥਾਂ ਨੂੰ ਬੌਲਦ ਲੈ ਕੇ ਚੱਲਦੇ ਨੇ, ਫਿਰ ਬੌਲਦਾਂ ਨੂੰ ਵੀ ਹੱਕਣ ਵਾਲਾ ਕੋਈ ਪਿੱਛੇ ਹੁੰਦਾ ਵਾ। ਰਥ ਆਪ ਤਾਂ ਚੱਲਦਾ ਨਹੀਂ ਭਾਈ। ਇੱਕ ਪ੍ਰਮਾਣ ਨੇ ਮਾਇਆ ਦੇ ਸੰਸਾਰੀ। ਸਾਨੂੰ ਸਮਝਣ ਖਾਤਰ ਇਹਨੂੰ ਪੂਰੀ ਤਰ੍ਹਾਂ ਵਿਚਾਰਨਾ ਆਪਾਂ, ਫਿਰ ਸਮਝ ਆਓ, ਨਹੀਂ ਸਮਝ ਨਹੀਂ ਆਉਣਾ ਹੈਗਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ। ਯੁਗ ਯੁਗ ਫੇਰ ਬਟਾਈਏ, ਗਿਆਨੀ ਬੁੱਝੇ ਤਾਏ। ਗਿਆਨ ਹੋਣਾ ਆਪਾਂ ਨੂੰ ਭਾਈ, ਗਿਆਨ ਨਾਲ ਬੁੱਝਣੀ ਹੈ ਖੇਲ। ਯੁਗ ਭਾਵ ਬਟਾਇਆ ਜਾਂਦਾ ਵਾ, ਪਰ ਜੋ ਪਿੱਛੇ ਦੱਸੇ ਗਏ ਨੇ ਉਹ ਤਾਂ ਯੁੱਗ ਉਹਨਾਂ ਨੇ ਫਾਈਨਲ ਹੀ ਕਰਤੇ ਨੇ। ਤ੍ਰੇਤੇ 'ਚ ਰਾਮ ਆਇਆ, ਦੁਆਪਰ 'ਚ ਕ੍ਰਿਸ਼ਨ ਆਇਆ। ਉਹ ਆਤਮਾ ਦੀ ਅਵਸਥਾ ਦੇ ਨਾਂ ਨੇ, ਉਹਨਾਂ ਨੇ ਵੀ ਭੁਲੇਖਾ ਹੀ ਖਾਧਾ ਵਾ। ਬ੍ਰਹਮ ਗਿਆਨ ਨੂੰ ਕਥਾ ਦੇ ਵਿੱਚ ਨਹੀਂ ਲਿਆਇਆ ਜਾ ਸਕਦਾ। ਬ੍ਰਹਮ ਗਿਆਨ ਨੂੰ ਕਿਸੇ ਵੀ ਪ੍ਰਸੰਗ 'ਚ ਤੁਸੀਂ ਨਹੀਂ ਦਿਖਾ ਸਕਦੇ, ਕਿਉਂਕਿ ਉਹ ਨਿਰਾਕਾਰ ਭਾਵ ਆਕਾਰ ਤੋਂ ਰਹਿਤ ਉਹ ਦੁਨੀਆ ਮਾਂ। ਉਹ ਗੁਣ ਹੈ, ਉਹਦਾ ਅੱਖਾਂ ਨਾਲ ਦੀਂਦਾ ਹੀ ਨਹੀਂ। ਉਹ ਨਾ ਆਉਂਦਾ ਦੀਂਦਾ ਨਾ ਜਾਂਦਾ ਦੀਂਦਾ। ਡਾਕਟਰਾਂ ਨੂੰ ਕਿਹੜਾ ਦੀਂਦਾ ਹੈ? ਫਿਰ ਆਪਾਂ ਨੂੰ ਕਿਵੇਂ ਦਿਖੂਗਾ? ਮਹਿਸੂਸ ਕਰ ਸਕਦੇ ਹਾਂ, ਫਿਰ ਕਿਵੇਂ ਦੇਖਾਂਗੇ ਆਪਾਂ? ਕਾਮ ਕ੍ਰੋਧ ਮੋਹ ਨਾ ਮਨ ਸਿਓ ਲਾਵੇ, ਤਬ ਹੀ ਆਤਮ ਤਰਸਤ ਕੋ ਤਰਸੇ ਦਰਸੇ ਪਰਮ ਪੁਰਖ ਕਹਿ ਪਾਵੇ। ਫਿਰ ਪਰਮ ਪੁਰਖ ਦਾ ਦਰਸ਼ਨ ਹੁੰਦਾ ਹੈ ਜਦੋਂ ਅਸੀਂ ਮਾਇਆ ਤੋਂ ਰਹਿਤ ਹੋ ਜਾਂਦੇ ਹਾਂ। ਮਾਇਆ ਤੋਂ ਸਾਨੂੰ ਸੰਤੋਖ ਹੋ ਜਾਂਦਾ ਹੈ। ਸੰਤੋਖ ਹੋ ਜਾਣਾ ਗਿਆਨ ਤੋਂ ਬਾਅਦ, ਸੰਸਾਰ ਤੋਂ ਛੁਟਕਾਰਾ, ਫਿਰ ਭਗਤੀ ਸ਼ੁਰੂ ਹੁੰਦੀ ਹੈ। ਪਿੱਛੇ ਵਿਚਾਰਿਆ ਤਾਂ ਹੈ ਆਪਾਂ, ਸੇਵ ਕੀਤੀ ਸੰਤੋਖੀ ਜਿਹਨੀ ਸੱਚੋ ਸੱਚ ਧਿਆ। ਜਿਹੜੇ ਸੱਚ ਨਾਲ ਜੁੜ ਜਾਂਦੇ ਆ, ਸੱਚ ਦਾ ਦਰਸ਼ਨ ਕਰ ਲੈਂਦੇ ਆ, ਉਹਨਾਂ ਦੇ ਅੰਦਰ ਸੰਤੋਖ ਹੁੰਦਾ। ਬਾਕੀ ਇੰਨਾ ਕੁ ਤਾਂ ਆਪਾਂ ਨੂੰ ਪਤਾ ਹੀ ਹੁੰਦਾ। ਜਾਣਦੇ ਹਾਂ ਜਗ੍ਹਾ ਜਗ੍ਹਾ ਆਪਾਂ ਕੀ ਹਾਲ ਅੱਜ ਦੇਖੋ, ਕਿੱਡੀ ਕਿੱਡੇ ਰੁਤਬੇ ਪ੍ਰਾਪਤ ਕਰਕੇ ਬੈਠੇ ਆ ਗੁਰੂ ਦੇ ਬਰਾਬਰ। ਜੋ ਜੋ ਜਗਤ ਮੇਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਉਣਾ। ਤੈਨੂੰ ਤਾਂ ਸਮਝ ਹੀ ਨਹੀਂ ਆ ਰਹੀ। ਜੇ ਸਮਝਣਾ ਮਾਂ ਤਾਂ ਗੁਰੂ ਦੀ ਸ਼ਰਨ ਜਾਣਾ ਪਊ ਆਪਾਂ ਨੂੰ। ਇਹ ਦੋ ਪਦਾਰਥਾਂ ਤੋਂ ਬਾਅਦ ਆਪਾਂ ਨੂੰ ਮੁਕਤੀ ਮਿਲਦੀ ਹੈ, ਭਾਵ ਮਨ ਸੰਤੋਖ ਮਾਇਆ ਤੋਂ ਮੁਕਤ ਹੋ ਜਾਂਦਾ। ਫਿਰ ਇਹਦੀ ਸਮਝ ਆਉਣੀ ਆਪਾਂ ਨੂੰ। ਜੇ ਸਾਡੇ ਅੰਦਰ ਮਾਇਆ ਦੀ ਇੱਛਾ ਲੈ ਕੇ ਅਸੀਂ ਕੋਈ ਧਰਮ ਕਰਮ ਕਰਦੇ ਹਾਂ, ਫਿਰ ਨਹੀਂ ਸਮਝ ਆਉਣੀ। ਭਾਵੇਂ ਜਿੰਨੇ ਮਰਜ਼ੀ ਗੇੜੇ ਲਾ ਲਓ 84 ਲੱਖ ਜੂਨੀ ਦੇ। ਹੁਣ ਆਇਆ ਦੂਰੋਂ ਚੱਲ ਕੇ, ਬਹੁਤ ਦੂਰੋਂ ਚੱਲ ਕੇ ਆਈ ਹੈ ਜੀਵ ਆਤਮਾ। ਇਹ ਮਨੁੱਖਾਂ ਦੇ ਹੀ ਸਭ ਤੋਂ ਉੱਚਾ ਲਾਸਟ ਮੇਰ ਵੱਡਾ ਪਦ ਹੈ। ਇਹ ਤੋਂ ਗਾਹਾਂ ਕੀ ਹੋਣਾ ਆਪਾਂ ਨੂੰ? ਇਸ ਤੇ ਉੱਪਰ ਨਾਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਉਹ ਨਿਰੰਕਾਰ ਜਿਹਦੇ ਅੰਦਰ ਵਸ ਗਿਆ, ਭੈ ਤੋਂ ਮੁਕਤ ਹੋ ਗਿਆ ਜਿਹੜਾ ਜੀਵ, ਇਹਦੇ ਉੱਪਰ ਤਾਂ ਵਿਚਾਰ ਹੀ ਨਹੀਂ ਕੋਈ। ਤਾਂ ਇਹਨੂੰ ਮੇਰ ਸਭ ਤੋਂ ਉੱਚਾ ਕਿਹਾ ਹੋਇਆ। ਹੁਣ ਇੱਥੋਂ ਸ਼ੁਰੂ ਹੁੰਦੇ ਨੇ ਯੁੱਗ।
ਨਾਨਕ ਮੇਰੇ ਸਰੀਰ ਕਾ ਇੱਕ ਰਥ ਇੱਕ ਰਥਵਾਓ, ਪਿੱਛੇ ਹੱਕਣ ਵਾਲਾ ਕੌਣ ਹੈ? ਉਹੀ ਤਾਂ ਬਾਣੀ ਆਪਾਂ ਨੂੰ ਦਰਸ਼ਨ ਕਰਾਉਂਦੀ ਹੈ। ਜੁਗ ਜੁਗ ਫੇਰ ਬਟਾਈਏ ਗਿਆਨੀ ਬੁੱਝੇ ਤਾਂ। ਆਤਮਾ ਦੀ ਅਵਸਥਾ ਦੇ ਨਾਂ ਨੇ ਫਿਰ ਇਹ ਬਦਲ ਜਾਣੇ। ਜਿਵੇਂ ਹੁਣ ਕਲਪਨ ਯੁੱਗ ਦੇ ਵਿੱਚ ਆਪਾਂ ਕਲਪਨਾ ਖਤਮ ਹੋ ਗਈ, ਗਿਆਨ ਹੋ ਗਿਆ, ਮੁਕਤੀ ਮਿਲ ਗਈ, ਦੇਵਲੋਕ ਚਲੇ ਗਏ। ਉਹ ਕੀ ਆ ਗਿਆ? ਤ੍ਰੇਤਾ। ਕਲਯੁਗ ਤੇ ਦੁਆਪਰ ਆਪਣਾ ਗਰਭ ਜੰਮਣ ਮਰਨ ਕੱਟਿਆ ਗਿਆ। ਤ੍ਰੇਤੇ 'ਚ ਫਿਰ ਭਗਤੀ ਸ਼ੁਰੂ ਹੋ ਗਈ। ਕਿਹਦੀ? ਨਾਮ ਦਰਸ਼ਨਾਂ ਦੀ, ਹੁਕਮ ਦੀ। ਨਾਮੇ ਉਤਪਤ ਨਾਮੇ ਪਰਲੋ। ਫਿਰ ਸੱਚਖੰਡ ਵਾਸੀ। ਇਹ ਜਿਵੇਂ ਆਏ ਆ ਆਪਾਂ ਉਵੇਂ ਹੀ ਜਾਣਾ ਵਾ। ਹੁਣ ਆਪਾਂ ਵਿਚਾਰੀਏ, ਯੁੱਗ ਸ਼ੁਰੂ ਹੁੰਦੇ ਆ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸਤਯੁਗ ਦੇ ਵਿੱਚ ਇਹਨਾਂ ਦੇ ਅਨੁਸਾਰ ਸਰੀਰ ਹੁੰਦੇ ਆ, ਗੁਰਮਤਿ ਅਨੁਸਾਰ ਉੱਥੇ ਸਰੀਰ ਨਹੀਂ ਹੁੰਦੇ ਹੈਗੇ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਪ੍ਰਬੰਧ, ਜੇ ਕੋ ਕਥੇ ਤਾਂ ਅੰਤ ਨਾ, ਤਿੱਥੇ ਲੋ ਲੋ ਆਕਾਰ। ਲੋ ਲੋ ਆਕਾਰ ਤਾਂ ਹੈ, ਪਰ ਲਾਈਟ ਹੈ, ਪ੍ਰਕਾਸ਼ ਹੈ, ਪੂਰਨ ਨੇ ਸਾਰੇ, ਨਿਰੰਕਾਰ ਨੇ ਸਾਰੇ, ਆਪਦੇ ਘਰ 'ਚ ਨੇ। ਉੱਥੇ ਸਰੀਰ ਹੁੰਦਾ ਹੀ ਨਹੀਂਗਾ। ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਤਵਾ। ਧਰਮ ਤੋਂ ਭਾਵ ਹੁਕਮ। ਹੁਕਮ 'ਚ ਨੇ ਸਾਰੇ। ਆਪਾਂ ਵੀ ਹੁਕਮ 'ਚ ਜਾਣਾ ਵਾ। ਆਪਾਂ ਹੁਕਮ ਤੋਂ ਵਾਗੀ ਹੋਏ ਹਾਂ। ਵਾਗੀ ਵੀ ਨਹੀਂ ਹੋਏ, ਸਾਨੂੰ ਗਿਆਨ ਨਹੀਂ ਹੁਕਮ ਦਾ, ਉਹਦੀ ਸ਼ਕਤੀ ਦਾ ਗਿਆਨ ਨਹੀਂ ਹੈਗਾ। ਤਾਂ ਹੀ ਅਸੀਂ ਬੁਰਾਈਆਂ ਨਾਲ ਜੁੜ ਜਾਂਦੇ ਹਾਂ। ਇੱਕ ਦੂਜੇ ਦਾ ਬੁਰਾ ਭਲਾ ਸੋਚਦੇ ਹਾਂ, ਕਰ ਨਹੀਂ ਸਕਦੇ। ਸੋਚਦੇ ਹਾਂ, ਉਹੀ ਪਾਪ ਹੈ। ਪਾਪ ਪੁੰਨ ਹਮਰੇ ਵਸ ਨਾਹੀਂ। ਸਾਡੇ ਸੋਚਣਾ ਹੋ ਜਾਵੇ ਸਾਰਾ ਕੁਝ, ਫਿਰ ਤਾਂ ਇਹ ਖੇਲ ਹੀ ਨਹੀਂ ਚੱਲ ਸਕਦਾ। ਕਿਸੇ ਦਾ ਕੀਤਾ ਕੁਛ ਨਹੀਂ ਹੁੰਦਾ। ਝੂਠ ਜਿੰਨਾ ਕੋਈ ਮਰਜ਼ੀ ਬੋਲੀ ਜਾਵੇ। ਸਕੂਲ ਦੇ ਵਿੱਚ ਜਾਈਏ, ਅਸੀਂ ਝਾੜੂ ਪੋਚਾ ਮਾਰ ਕੇ ਆ ਜਾਈਏ, ਬੂਟਿਆਂ ਨੂੰ ਪਾਣੀ ਪਾ ਕੇ ਆ ਜਾਈਏ, ਪੜ੍ਹ ਜਾਂਗੇ ਭਾਈ। ਇਵੇਂ ਅਸੀਂ ਡੇਰਿਆਂ ਅਤੇ ਗੁਰੂ ਘਰਾਂ 'ਚ ਵੀ ਇਹੀ ਕਰਦੇ ਹਾਂ। ਸੇਵਾ ਕਰਕੇ ਮੁੜੇ ਆਉਂਦੇ ਹਾਂ। ਧਰਮ ਦੀ ਦੁਨੀਆ ਦਾ ਸਾਨੂੰ ਗਿਆਨ ਕਿਵੇਂ ਹੋਊਗਾ? ਫਿਰ ਕਾਲ ਕਿਵੇਂ ਛੱਡੂਗਾ? ਉਹ ਸਿੱਖਿਆ ਲੈਣ ਜਾਣਾ ਭਾਈ, ਉੱਥੇ ਗੁਰੂ ਦੀ ਸਿੱਖਿਆ ਲੈਣ ਜਾਣਾ। ਗੁਰਸਾਖੀ ਜੋਤ ਪ੍ਰਗਟ ਹੋਏ, ਫਿਰ ਤੁਹਾਡੇ ਅੰਦਰੋਂ ਜੋਤ ਪ੍ਰਗਟ ਹੋਣੀ ਹੈ। ਫਿਰ ਤੁਹਾਨੂੰ ਸਮਝ ਆਉਣਾ ਹੈ ਯੁੱਗ ਕੀ ਹੈ, ਕਿਵੇਂ ਕਿਵੇਂ ਅਸੀਂ ਆਏ ਹਾਂ, ਹੁਣ ਕਿਵੇਂ ਕਿਵੇਂ ਜਾਣਾ ਹੈ, ਕਿਵੇਂ ਸਾਡਾ ਦੁੱਖਾਂ ਤੋਂ ਛੁਟਕਾਰਾ ਹੋਣਾ। ਇਹ ਦੁੱਖ ਸਾਗਰ ਹੈ, ਅੰਮ੍ਰਿਤ ਲੋਕ ਹੈ। ਇੱਥੇ ਸਾਰਾ ਕੁਛ ਭਾਲੀ ਜਾਂਦੇ, ਛੱਡਣਾ ਪੈਣਾ ਹੈ। ਜਦੋਂ ਕਾਲ ਨੇ ਆਉਣਾ ਨਾ, ਫਿਰ ਪਤਾ ਲੱਗਣਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂਡ ਮੈਂ ਲਾਗੇ। ਫਿਰ ਜਾਗਦਾ, ਫਿਰ ਕੀ ਫਾਇਦਾ? ਸਤਯੁਗ ਦੇ ਵਿੱਚ ਸਰੀਰ ਨਹੀਂ ਹੁੰਦੇ ਭਾਈ। ਜਦੋਂ ਸਤਯੁਗ ਤੋਂ ਹੀ ਟੁੱਟਦੇ ਹਾਂ, ਪ੍ਰਿਥਵੀ ਖੰਡਾ ਸਾਜ ਕੇ ਤੈ ਸੰਸਾਰ ਅਪਾਇਆ। ਕੁਦਰਤ ਦੀ ਖੇਲ ਸ਼ੁਰੂ ਹੁੰਦੀ ਹੈ। ਕਈ ਵਾਰ ਪਸਰਿਓ ਪਸਾਰ, ਸਦਾ ਇੱਕ ਓਂਕਾਰ। ਫਿਰ ਉਹ ਹੁਕਮ ਨਾਲ ਜੰਮਣਾ ਮਰਨਾ ਹੁਕਮ ਹੈ। ਸਾਨੂੰ ਕਿੱਥੋਂ ਪਤਾ ਲੱਗਦਾ ਹੈ? ਸਤਿਗੁਰਾਂ ਦੇ ਵਚਨਾਂ ਤੋਂ। ਜੀਵ ਦਾ ਜਨਮ, ਜੀਵ ਦੀ ਮ੍ਰਿਤਿਓ। ਮ੍ਰਿਤਿਓ ਤਾਂ ਨਹੀਂ ਹੈਗੀ, ਸਰੀਰ ਬਦਲਦਾ। ਆਤਮਾ ਤਾਂ ਮਰਦੀ ਨਹੀਂ, ਅਮਰ ਹੈ। ਫਿਰ ਤ੍ਰੇਤਾ ਆਉਂਦਾ ਵਾ, ਸਰੀਰ ਨਹੀਂ ਹੁੰਦਾ। ਉਹਨੂੰ ਦੇਵਲੋਕ ਕਹਿੰਦੇ। ਇਸ ਦੇਹੀ ਕੋ ਤਰਸੇ ਦੇਵ, ਦੇਹੀ ਭਜ ਹਰ ਕੀ ਸੇਵ। ਫਿਰ ਉਹਦੀ ਕਿਰਪਾ ਨਾਲ ਅਸੀਂ ਦੁਆਪਰ ਦੂਆਪੁਰ ਗਰਭ 'ਚ ਆਉਂਦੇ ਹਾਂ। ਆ ਗਿਆ ਹੁਣ ਅੱਗੇ। ਸਤਿਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ, ਤ੍ਰੇਤੇ ਰਥ ਜਥੇ ਕਾ ਜੋਰ ਅੱਗੇ ਰਥਵਾ। ਸਾਡੇ ਅੰਦਰ ਯਤਨ ਸ਼ੁਰੂ ਹੋ ਜਾਂਦਾ ਹੈ। ਕਿਉਂ? ਹੁਕਮ ਨਾਲ ਟੁੱਟ ਜਾਂਦੇ ਹਾਂ, ਅਧੂਰੇ ਹੋ ਜਾਂਦੇ ਹਾਂ। ਹੁਣ ਪੂਰਨ ਹੋਣ ਆਇਆ ਇਹ ਜੀਵ, ਕਮੀਆਂ ਦੂਰ ਕਰਨ ਆਇਆ, ਪਰ ਉਹਦੇ ਹੁਕਮ ਤੋਂ ਬਿਨਾਂ ਤਾਂ ਹੋਣੀਆਂ ਨਹੀਂ ਹੈਗੀਆਂ। ਇਹ ਸਾਰੇ ਦੇਵਲੋਕ ਵਾਲੇ, ਜਿਵੇਂ ਕਿਹਾ ਗਿਆ 33 ਕਰੋੜ ਦੇਵਤੇ, ਕਿਹਨੇ ਗਿਣ ਲਏ ਉੱਥੇ ਜਾ ਕੇ ਭਾਈ? ਉੱਥੇ ਸਰੀਰ ਇਹ ਨਹੀਂ, ਕਿਵੇਂ ਪਹੁੰਚ ਗਏ? ਇਹ ਸਭ ਝੂਠ ਬੋਲਿਆ ਗਿਆ। ਇਹ ਆਪ ਹੀ ਦੇਖਣਾ ਆਪਾਂ। ਕਹਿਣੇ ਕੀ ਸੋਭਾ ਨਹੀਂ, ਦੇਖੇ ਹੀ ਪਤੇ ਆਏ। ਸੁਣੀਆਂ ਸੁਣਾਈਆਂ ਗੱਲਾਂ ਸੁਣ ਆਖੇ ਵੱਡਾ ਸਭ ਕੋਏ। ਆਪਾਂ ਖੁਦ ਪ੍ਰਾਪਤੀ ਕਰਨੀ ਹੈ ਇਹ। ਫਿਰ ਤ੍ਰੇਤਾ ਆ ਗਿਆ। ਸਰੀਰ ਨਹੀਂ ਹੈਗਾ, ਹੁਕਮ ਨਾਲ ਟੁੱਟ ਗਿਆ। ਯਤਨ ਚੱਲ ਰਿਹਾ, ਯਤਨ ਕਰੋ ਜੇ ਹੋਏ ਮਿਹਰਬਾਨਾ। ਫਿਰ ਉਹਦੀ ਕਿਰਪਾ ਰਹਿਮਤ ਹੁੰਦੀ ਹੈ। ਜੰਮਣਾ ਮਰਨਾ ਹੁਕਮ ਹੈ। ਹੁਕਮ ਹੁੰਦਾ ਤਾਂ ਅਸੀਂ ਦੁਆਪਰ ਗਰਭ 'ਚ ਆਉਂਦੇ ਹਾਂ। ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥਵਾ। ਅੰਦਰ ਇੱਛਾ ਹੈ ਸਰੀਰ ਦੀ, ਉੱਥੋਂ ਬਹਿ ਕੇ ਸਾਰਾ ਕੁਛ ਦੀਂਦਾ। ਉੱਥੇ ਹੀ ਭਗਤੀ ਹੋਣੀ ਹੈ, ਉੱਥੇ ਬਹਿ ਕੇ ਬਾਣੀ ਸਮਝ ਆਉਣੀ ਹੈ, ਉੱਥੇ ਹੀ ਨਾਮ ਦਾ ਦਰਸ਼ਨ ਹੋਣਾ। ਜਿਹਦੇ ਨਾਲ ਟੁੱਟ ਗਿਆ ਆਪਾਂ। ਨਾਮ ਕੀ ਹੈ? ਹੁਕਮ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਨਾਮੇ ਉਤਪਤ ਨਾਮੇ ਹੀ ਪਰਲੋ। ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨਾਲ ਸਮਾਪਤ ਹੁੰਦੀ ਹੈ। ਅਸੀਂ ਤਾਂ ਨਾਮ ਵੀ ਲੈ ਲੈਣੇ ਬਾਹਰੋਂ। ਉਹ ਸਾਡੇ ਭਰਮ ਹੀ ਹੈ ਸਾਰਾ। ਇਹ ਸਾਰਾ ਕਾਲ ਦਾ ਤਮਾਸ਼ਾ ਵਾ। ਕਾਲ ਤੋਂ ਬਚਣਾ ਤਾਂ ਫਿਰ ਆਪਾਂ ਨੂੰ ਸੰਤੋਖ ਵਾਲੀ ਅਵਸਥਾ ਪ੍ਰਾਪਤ ਕਰਨੀ ਪੈਣੀ ਹੈ, ਗਿਆਨ ਲੈਣਾ ਪੈਣਾ। ਇਹ ਦੋ ਪਦਾਰਥਾਂ ਤੋਂ ਬਾਅਦ ਅਸੀਂ ਕਾਲ ਤੋਂ ਮੁਕਤ ਹੁੰਦੇ ਹਾਂ। ਫਿਰ ਦੇਵਲੋਕ ਜਾਂਦੇ ਹਾਂ। ਜਿੱਥੋਂ ਅਸੀਂ ਆਏ ਹਾਂ ਦੁਬਾਰਾ ਫਿਰ ਉੱਥੇ ਪਹੁੰਚਣਾ ਵਾ।
ਜਿੱਥੇ ਲਿਖਾ ਮੰਗੀਏ ਦੇ ਜਾਤ ਨਾ ਜਾਏ, ਉੱਚੀ ਜਾਤੀ ਅੱਗੇ ਜਾਤ ਨਾ ਜ਼ੋਰ ਹੈ, ਕੋਈ ਜ਼ੋਰ ਨਹੀਂ ਚੱਲਦਾ, ਇੱਥੇ ਹੀ ਰਹਿ ਜਾਂਦਾ ਜ਼ੋਰ ਸਾਰਾ। ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ ਹੈਗੀ। ਉੱਥੇ ਧਿਆਨ ਨੇ ਜਾਣਾ ਹੈ, ਧਿਆਨ ਹੀ ਉੱਥੋਂ ਆਉਂਦਾ। ਫਿਰ ਕਿੱਥੇ ਆਉਂਦਾ? ਦੁਆਪੁਰ ਗਰਭ ਦੇ ਵਿੱਚ ਆ ਗਿਆ ਨਾ। ਦੁਆਪਰ ਰਤ ਤਪੇ ਕਾ ਸੱਤ ਅੱਗੇ ਰਥਵਾ। ਸੱਤ ਆ ਗਿਆ ਨਾ ਹੁਕਮ। ਫਿਰ ਸੱਤ ਹਮੇਸ਼ਾ ਹੀ ਰਹਿੰਦਾ ਵਾ। ਸੱਤ ਕਰਕੇ ਸੰਸਾਰ ਸੱਚ ਲੱਗਦਾ ਆਪਾਂ ਨੂੰ। ਸੱਤ ਤੋਂ ਭਾਵ ਹੁਕਮ ਹੁੰਦਾ ਸੱਚ ਦਾ। ਫਿਰ ਇਹ ਦੁਆਪੁਰ ਗਰਭ ਦੇ ਵਿੱਚ ਆਉਂਦਾ ਹੈ। ਤਪ ਸ਼ੁਰੂ ਹੋ ਗਿਆ। ਇਹਦਾ ਵੀ ਭਰਮ ਖਾਧਾ ਗਿਆ। ਲੋਕ ਪੁੱਠੇ ਹੋ ਜਾਂਦੇ ਸੀ, ਪੁੱਠਾ ਹੋ ਕੇ ਕਹਿੰਦੇ ਗਰਭ ਦੇ ਵਿੱਚ ਤਪ ਕਰਦਾ ਸੀ। ਉਹ ਨਹੀਂ ਭਾਈ, ਉਹ ਉਲਟਾ ਤਪ ਕਰਦਾ ਸੀ। ਸਰੀਰ ਬਣਾ ਰਿਹਾ ਉੱਥੇ। ਤਾਂ ਇਹ ਕਿਹੜਾ ਤਪ ਹੋਇਆ ਭਾਈ? ਹੁਕਮ ਨਾਲ ਸਰੀਰ ਬਣਾ ਰਿਹਾ। ਰੇ ਨਰ ਗਰਭ ਕੁੰਡਲ ਜਬ ਆਸਤ ਉਰਦ ਧਿਆਨ ਲਿਵ ਲਾਗਾ। ਧਿਆਨ ਤਾਂ ਲੱਗਿਆ ਪਰ ਉਲਟਾ ਲੱਗਿਆ, ਸਰੀਰ ਬਣਾ ਰਿਹਾ ਵਾ। ਉੱਥੋਂ ਲੋਕਾਂ ਨੇ ਭਰਮ ਖਾਧੇ। ਦਰਖਤਾਂ ਨਾਲ ਪੁੱਠੇ ਲਟਕ ਜਾਣਾ, ਖੂਹ 'ਚ ਪੁੱਠੇ ਲਟਕ ਜਾਣਾ। ਉਹ 'ਚੋਂ ਗਿਆਨ ਪੈਦਾ ਹੋ ਜੂ। ਪਿੱਛੇ ਵੀ ਆਪਾਂ ਵਿਚਾਰਿਆ ਸਕੂਲ ਚਲੇ ਜਾਈਏ, ਜੇ ਪੜ੍ਹੀਏ ਹੀ ਨਾ, ਗੇੜਾ ਮਾਰ ਕੇ ਮੁੜੀ। ਇਵੇਂ ਅਸੀਂ ਗੁਰੂ ਘਰਾਂ, ਮੰਦਰਾਂ 'ਚ, ਮਸਜਿਦਾਂ 'ਚ, ਡੇਰਿਆਂ ਤੁਰੇ ਫਿਰਦੇ ਹਾਂ। ਬਿਨ ਨਾਮ ਹੀ ਜਗ ਕਮਲਾ ਫਿਰੇ। ਨਾਮ ਤੋਂ ਬਿਨਾਂ ਅਸੀਂ ਕਮਲਿਆਂ ਵਾਂਗ ਫਿਰੀ ਜਾਂਦੇ ਹਾਂ। ਸਾਰਾ ਸੰਸਾਰ ਵੀ ਫਿਰਦਾ ਭਾਈ। ਤਪ ਸ਼ੁਰੂ ਹੋ ਗਿਆ। ਉੱਥੋਂ ਕੀ ਹੋਇਆ ਫਿਰ? ਦੁਆਪਰ ਕ੍ਰਿਸ਼ਨ ਮੁਰਾਰ। ਕ੍ਰਿਸ਼ਨ ਤੋਂ ਭਾਵ ਕਾਲਾ। ਮਨ ਕਾਲਾ ਹੋ ਗਿਆ। ਦੇਵਲੋਕ 'ਚ ਇੰਨਾ ਕਾਲਾ ਨਹੀਂ ਸੀਗਾ, ਦੁਆਪਰ 'ਚ ਪੂਰਾ ਕਾਲਾ ਹੋ ਗਿਆ। ਮਾਇਆ ਨਾਲ ਜੁੜ ਗਿਆ। ਦੁਆਪਰ ਕ੍ਰਿਸ਼ਨ ਮੁਰਾਰ। ਹਲੇ ਵਿਕਾਰਾਂ ਦਾ ਅਸਰ ਨਹੀਂ ਹੋਇਆ, ਵਿਕਾਰਾਂ ਦੇ ਹਲੇ ਵਸ 'ਚ ਨਹੀਂ ਹੋਇਆ। ਸਰੀਰ ਬਣਾ ਰਿਹਾ ਵਿਕਾਰਾਂ ਨਾਲ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਰਸਕਾਰ। ਜਿਹਨੇ ਜਮੂਆਂ ਸਿਰਜਿਆ ਮੈਂ ਜਪਿਆ ਪਰਬਰਦਗਾਰ। ਜਿਹੜੇ ਉਹ ਪਰਬਰਦਗਾਰ ਨੂੰ ਜਪ ਲੈਣਗੇ, ਸਮਝ ਲੈਣਗੇ ਵੀ ਜਮੂਆਂ ਕਿਹਨੇ ਬਣਾਇਆ। ਸ੍ਰਿਸ਼ਟੀ ਨਹੀਂ ਪੈਦਾ ਹੁੰਦੀ ਭਾਈ ਪਾਪ ਪੁੰਨ ਤੋਂ ਬਿਨਾਂ। ਪਾਪ ਪੁੰਨ ਦੋਹੂ ਭਾਈ, ਦੋਹੋਂ ਮਿਲ ਸ੍ਰਿਸ਼ਟ ਹੋ ਪਾਈ। ਅੰਦਰਲਾ ਪੁੰਨੀ ਹੈ, ਮਨ ਪਾਪੀ ਹੈ। ਕਿਵੇਂ ਪਾਪੀ ਹੈ? ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਜੋ ਮੱਥੇ ਵਧਾਣੀਆਂ ਧਰਮ ਰਾਏ। ਹਸਪਤਾਲਾਂ ਦੇ ਵਿੱਚ ਕਿਵੇਂ ਲੋਕ ਰੋਂਦੇ ਨੇ, ਕਿਵੇਂ ਦੁੱਖ ਦੇ ਵਿੱਚ ਵਿਲਾਪ ਕਰਦੇ ਨੇ। ਕੀ ਕੀਤਾ ਹੋਇਆ ਉਹਨਾਂ ਨੇ ਭਾਈ? ਅਸੀਂ ਦੇਖ ਕੇ ਉਹਨਾਂ ਨੂੰ, ਸਾਨੂੰ ਸਿੱਖਿਆ ਖਾਤਰ ਆ। ਉਹ ਉਹਨਾਂ ਦਾ ਹੰਕਾਰ ਘਟਾ ਰਿਹਾ, ਉਹਨਾਂ ਦਾ ਵੀ ਭਲਾਈ ਕਰ ਰਿਹਾ ਵਾ, ਉਹਨਾਂ ਦਾ ਇਲਾਜ ਕਰ ਰਿਹਾ ਆ। ਹਸਪਤਾਲ ਵੀ ਵਾਲੇ ਵੀ ਕਰ ਰਹੇ ਨੇ, ਕੁਦਰਤ ਵੀ ਕਰ ਰਹੀ ਹੈ। ਉਹਨਾਂ ਦਾ ਹੰਕਾਰ ਘਟ ਰਿਹਾ ਵਾ। ਜਿਹੜੇ ਹੰਕਾਰੀ ਸੀਗੇ, ਜਿਨ੍ਹਾਂ ਨੇ ਪਾਪ ਕੀਤੇ ਸੀ, ਉਹ ਨੇ ਇਹ। ਤਾਂ ਸਾਨੂੰ ਬੁਰਾ ਲੱਗਦਾ। ਕਿਉਂ ਬੁਰਾ ਲੱਗਦਾ? ਸਾਨੂੰ ਗਿਆਨ ਨਹੀਂ ਨਾ ਵੀ ਇਹ ਕਾਹਤੇ ਰੱਬ ਆਇਆ ਕਰ ਰਿਹਾ ਵਾ। ਇਹ ਤਾਂ ਉਹ ਜਾਣੇ ਭਾਈ ਜੀ ਦੀ ਖੇਲ ਹੈ। ਉੱਥੋਂ ਫਿਰ ਸ਼ੁਰੂ ਹੁੰਦਾ ਹੈ ਪਾਪ ਸਾਡਾ। ਕੀ ਪਾਪ ਸ਼ੁਰੂ ਹੁੰਦਾ ਹੈ? ਦੁਆਪਰ ਰਤ ਤਪੇ ਕਾ। ਤਪ ਸ਼ੁਰੂ ਹੋ ਗਿਆ। ਉੱਥੋਂ ਸਰੀਰ ਬਣਾ ਲਿਆ। ਕ੍ਰਿਸ਼ਨ ਮੁਰਾਰ, ਮਨ ਕਾਲਾ ਹੋ ਗਿਆ। ਜਦੋਂ ਸਰੀਰ ਲੈ ਕੇ ਬਾਹਰ ਆਇਆ, ਫਿਰ ਕੀ ਹੈ? ਕਲ ਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਹੁਣ ਅਸੀਂ ਕਿਹਦੀ ਸਵਾਰੀ 'ਤੇ ਬੈਠੇ ਹਾਂ? ਕਿੱਧਰ ਨੂੰ ਜਾ ਰਹੇ ਹਾਂ? ਮਨ ਬੁੱਧੀ ਅੱਗ 'ਤੇ ਬੈਠੇ ਨੇ। ਕਿਹੜੀ ਅੱਗ 'ਤੇ? ਉਹ ਦੀਂਦੀ ਨਹੀਂ ਹੈਗੀ ਅੱਗ, ਤ੍ਰਿਸ਼ਨਾ ਦੀ ਅੱਗ। ਉੱਥੋਂ ਪੰਜ ਨਾੜ ਰਲ ਗਏ ਆਪਣੇ ਭਾਈ। ਫਿਰ ਤਿੰਨ ਤਾਪ ਚੜ੍ਹ ਕੇ। ਪਿੱਛੇ ਵੀ ਆਪਾਂ ਵਿਚਾਰਿਆ ਸੀਗਾ। ਪਹਿਲਾ ਤਾਪ ਤਾਂ ਉਹੀ ਹੈ ਜਦੋਂ ਟੁੱਟਿਆ ਸੀਗਾ ਆਦਿ ਆਪਦੇ ਮੂਲ ਨਾਲੋਂ, ਸਤਯੁਗ 'ਚੋਂ। ਫਿਰ ਤ੍ਰੇਤਾ ਆ ਗਿਆ ਸੀ, ਸਰੀਰ ਨਹੀਂ ਸੀਗਾ। ਫਿਰ ਉਹਦੀ ਕਿਰਪਾ ਨਾਲ ਦੇਵਲੋਕ 'ਚੋਂ ਹੁਕਮ 'ਚ ਦੁਆਪਰ 'ਚ ਆ ਗਿਆ। ਫਿਰ ਸਰੀਰ ਬਣਾਇਆ। ਫਿਰ ਵਿਕਾਰਾਂ ਦਾ ਦੂਆ ਤਾਪ ਚੜ੍ਹ ਗਿਆ। ਵਿਆਦ ਇਹਨੂੰ ਜ਼ਹਿਰ ਕਹਿੰਦੇ ਆ। ਵਿਕਾਰ ਕੀ ਪੈਦਾ ਕਰਦੇ ਆ? ਜ਼ਹਿਰ। ਫਿਰ ਤੀਜਾ ਤਾਪ ਕਦੋਂ ਲੱਗ ਗਿਆ ਭਾਈ? ਫਿਰ ਜਦੋਂ ਸਰੀਰ ਧਾਰ ਕੇ ਅਸੀਂ ਬਾਹਰ ਆ ਜਾਂਦੇ, ਲਿਵ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਜਦੋਂ ਮਾਇਆ ਖੇਲ ਵਰਤਾਉਂਦੀ ਹੈ, ਫਿਰ ਤੇਰ ਬੇਰ ਸ਼ੁਰੂ ਹੋ ਜਾਂਦੀ ਹੈ। ਇਹ ਉਪਾਦ, ਇਹ ਤੀਆ ਬੁਖਾਰ ਚੜ੍ਹ ਗਿਆ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾਂ ਸੁਖ ਰਾਸਤਾਂ ਕੋ ਵਿਗਨਾ ਕਹੂ ਲਾਗੇ ਜਾ ਕੇ ਪ੍ਰਭ ਅੱਗੇ ਅਰਦਾਸ। ਇਹ ਤਿੰਨੇ ਤਾਪ ਫਿਰ ਕਿਵੇਂ ਜਾਣਗੇ? ਫਿਰ ਪ੍ਰਭ ਅੱਗੇ ਅਰਦਾਸ ਕਰਾਂਗੇ। ਪਰ ਸਾਨੂੰ ਤਾਂ ਪ੍ਰਭ ਦਾ ਹੀ ਨਹੀਂ ਪਤਾ, ਨਾ ਸਾਨੂੰ ਤਾਪ ਦਾ ਪਤਾ ਹੈ। ਬਾਣੀ ਤਾਂ ਦੱਸਦੀ ਆ ਆਪਾਂ ਨੂੰ ਵੀ ਤਿੰਨ ਤਾਪ ਨੇ ਸੰਸਾਰ ਨੂੰ, ਆਦ ਵਿਆਦ ਉਪਾਦ। ਇਲਾਜ ਕਿਹਦਾ ਕਰਦੇ ਹਾਂ ਅਸੀਂ? ਸਰੀਰ ਦਾ। ਗਤੀ ਸਰੀਰ ਦੀ ਕਰੀ ਜਾਂਦੇ ਹਾਂ। ਉਹ ਬਿਮਾਰ ਤਾਂ ਆਤਮਾਵਾਂ, ਮਨ ਬੁੱਧੀ ਬਿਮਾਰ ਨੇ। ਇਹਨਾਂ ਦਾ ਇਲਾਜ ਹੋਣਾ ਹੈ। ਇਹ ਹਸਪਤਾਲ 'ਚ ਆਏ ਨੇ। ਇਹ ਹਸਪਤਾਲ ਹੈ ਮੇਰਾ ਵੈਦ ਗੁਰੂ ਗੋਬਿੰਦਾ।
ਹਰ ਹਰ ਨਾਮ ਮੁਕਤੇ ਦੇਵੇ ਕਾਟੇ ਜਮ ਕੀ ਬੰਦਾ। ਇਹ ਜਮਾਂ ਦਾ ਆਦ ਤੋਂ ਪਹਿਲਾਂ ਭਰਮ, ਦੂਆ ਵਿਆਹ, ਤੀਜਾ ਉਪਾਦ, ਦੂਏ ਨੂੰ ਦੇਖ ਕੇ ਮੈਂ ਕਿਉਂ ਪਿੱਛੇ ਰਹਿ ਜਾ, ਇਹ ਸਾਡੇ ਅੰਦਰ ਚੱਲਦਾ ਹੀ ਰਹਿੰਦਾ ਵਾ। ਇਹ ਤਿੰਨ ਤਾਪ ਨੇ। ਫਿਰ ਉਹ ਤੀਜੇ ਤਾਪ 'ਚ ਕਿੱਥੇ ਬੈਠ ਗਏ ਆਪਾਂ? ਕਲਯੁਗ ਰਥ ਅਗਨ ਕਾ ਕੂੜ ਗਏ ਰਥਵਾ। ਹੁਣ ਕਾਹਦੀ ਸਵਾਰੀ? ਅੱਗ ਦੀ। ਮਾਇਆ ਅਗਨ ਇੱਕੋ ਜਿਹੀ ਕਰਤੇ ਖੇਲ ਰਚਾਇਆ। ਦੇਖੋ ਕਿਵੇਂ ਸਾਨੂੰ ਤੜਫਣਾ ਹੁੰਦੀ ਜਦੋਂ ਮਾਇਆ ਚਲੀ ਜਾਂਦੀ ਹੈ। ਸਾਡਾ ਕੋਈ ਘਰ 'ਚ ਮੈਂਬਰ ਚਲੇ ਜਾਂਦਾ, ਕਿਵੇਂ ਅਸੀਂ ਰੋਂਦੇ ਹਾਂ। ਇੰਨੇ ਜੁੜ ਗਏ ਅਸੀਂ। ਇਹ ਤਾਪ ਨਹੀਂ ਤਾਂ ਹੋਰ ਕੀ ਹੈ। ਫਿਰ ਸਾਡੇ ਹੱਕ ਨਾਲ ਕਿਹੜਾ ਕੋਈ ਰਹਿ ਜਾਂਦਾ ਹੈ ਭਾਈ? ਇਹ ਸਾਰੀਆਂ ਅਵਸਥਾ ਦੇ ਨਾਂ ਨੇ। ਹੁਣ ਆਪਾਂ ਇੱਥੋਂ ਫਿਰ ਬੈਕ ਜਿਵੇਂ ਆਏ ਹਾਂ, ਗੁਰ ਸ਼ਬਦ ਦਾ ਗਿਆਨ, ਗੁਰ ਸ਼ਬਦ ਦੀ ਕਮਾਈ, ਬਾਣੀ ਨੂੰ ਸੁਣਨਾ ਹੈ। ਫਿਰ ਆਪਾਂ ਕੱਲ ਭਾਵ ਕਲਪਨਾ, ਕਲਯੁਗ, ਇਹਦੇ ਵੀ ਬੜੇ ਭਰਮ ਪਾਏ ਹੋਏ ਨੇ ਜੀ। ਕਲਯੁਗ ਵਿਆਹੁਣ ਗਿਆ ਵੀ ਤੁਸੀਂ ਇੱਥੇ ਕੀ ਕਰਦੇ ਹੋ? ਤੁਸੀਂ ਵੀ ਨਾਲੇ ਜਾਓ। ਫਿਰ ਇਹ ਬੜੇ ਬੜੇ ਡੇਰਾਵਾਦ ਵਾਲੇ ਬੜੇ ਬੜੇ ਭਰਮ ਪਾਉਂਦੇ ਨੇ। ਉਹ ਕੌਣ ਨੇ? ਦੋਸ਼ੀ ਨੇ ਪਿੱਛੇ ਵਿਚਾਰੇ। ਆਪਾਂ ਪੜ੍ਹਿਆ ਹੋਵੇ ਗੁਨੇਗਾਰ, ਇਹਨਾਂ ਦਾ ਅੱਗੇ ਕੀ ਹਾਲ ਹੋਣਾ ਇਹ ਤਾਂ ਕੁਦਰਤ ਜਾਣਦੀ ਹੈ ਜਾਂ ਉਹ ਜਾਣਦੇ ਨੇ। ਇਹ ਆਪਣਾ ਵਿਸ਼ਾ ਨਹੀਂ। ਆਪਾਂ ਨਹੀਂ ਇਹ ਕੰਮ ਕਰਨਾ ਹੈਗਾ। ਇਹ ਮਨੁੱਖਾ ਦੇਹੀ ਵਾਰ-ਵਾਰ ਨਹੀਂ ਮਿਲਦੀ। ਇਹ ਅਵਸਥਾ ਦੇ ਨਾਂ ਨੇ ਭਾਈ, ਇਹਨੂੰ ਸਮਝਣਾ ਵਾ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸਤਯੁਗ ਦੇ ਵਿੱਚ ਸਰੀਰ ਨਹੀਂ ਹੁੰਦੇ ਭਾਈ। ਗੁਰਮਤਿ ਅਨੁਸਾਰ, ਇਹਨਾਂ ਦੇ ਅਨੁਸਾਰ ਤਾਂ ਬਹੁਤ ਕੁਛ ਹੈ। ਉਹ ਤਾਂ ਭਰਮ ਹੈ, ਝੂਠ ਬੋਲਿਆ ਹੈ। ਧਰਤੀ ਬੋਲ 'ਤੇ ਖੜੀ ਹੈ, ਉਹ ਝੂਠ ਹੋ ਗਿਆ। 14ਵੀਂ ਸਦੀ 'ਚ ਉੱਠਣਗੇ ਕਬਰਾਂ 'ਚੋਂ। ਉੱਠਿਆ ਕੋਈ ਨਹੀਂ। ਕਲਯੁਗ ਕਿੱਧਰ ਨੂੰ ਵਿਆਹ ਕੇ ਆਇਆ? ਕਿਸੇ ਨੇ ਦੇਖਿਆ ਨਹੀਂ। ਬਹੁਤ ਝੂਠ ਬੋਲਿਆ ਗਿਆ, ਰੱਜ ਕੇ ਝੂਠ ਬੋਲਿਆ ਗਿਆ। ਸੁਣੇ ਸਰੀਰ ਉੱਡ ਜਾਣੇ ਸਿੱਧ ਕਹਿੰਦੇ ਸੀਗੇ। ਕਿਹਨੇ ਸਾਬਤ ਕੀਤਾ? ਗੁਰਮਤਿ ਨੇ। ਪੜਦਾ ਚੱਕਤਾ ਸਾਰਿਆਂ ਦਾ, ਪਰ ਪੜਦਾ ਉਹਦਾ ਹੀ ਚੱਕ ਹੋਊਗਾ ਜਿਹੜਾ ਗੁਰੂ ਕਾ ਸਿੱਖ ਹੋਊਗਾ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਸਤਯੁਗ 'ਚ ਭਾਈ ਸਰੀਰ ਨਹੀਂ ਹੁੰਦੇ। ਜਦੋਂ ਹੁਕਮ ਹੁੰਦਾ ਹੈ, ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ, ਫਿਰ ਤ੍ਰੇਤਾ ਆਉਂਦਾ ਹੈ। ਪ੍ਰਿਥਮੀ ਖੰਡਾ ਸਾਜ ਕੇ ਤੈਂ ਸੰਸਾਰ ਉਪਾਇਆ। ਮਨ ਬੁੱਧੀ ਆਪਦੇ ਮੂਲ ਨਾਲੋਂ ਅਲੱਗ ਹੋ ਜਾਂਦੇ ਨੇ। ਫਿਰ ਤ੍ਰੇਤਾ ਆ ਗਿਆ। ਤ੍ਰੇਤੇ ਦੇ ਵਿੱਚ ਤਾਂ ਰਾਮ, ਸੀਤਾ, ਲਕਸ਼ਮਣ ਇਕੱਠੇ ਹੁੰਦੇ ਨੇ। ਅਲੱਗ ਕਦੋਂ ਹੁੰਦੇ ਨੇ? ਫਿਰ ਜੋ ਤ੍ਰੇਤੇ 'ਚ ਹੁਕਮ ਹੁੰਦਾ ਹੈ, ਅੱਧੇ ਹੀ ਬਣਾਉਂਦਾ ਅੰਦਰ। ਦੁਆਪਰ 'ਚ ਰਾਮ ਅੰਦਰ ਰਹਿ ਜਾਂਦਾ, ਸੀਤਾ ਲਕਸ਼ਮਣ ਬਾਹਰ ਆ ਜਾਂਦੇ ਨੇ। ਹੁਣ ਇਹ ਸੰਸਾਰ ਨਾਲ ਜੁੜ ਗਏ, ਰਾਮ ਅੰਦਰ ਹੈ। ਉਹੀ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ ਵੀ ਭਾਈ ਫਿਰ ਅੰਦਰ ਚਲੇ ਜਾਓ। ਫਿਰ ਇਕੱਠੇ ਹੋ ਕੇ ਫਿਰ ਵਾਪਸ ਜਾਂਦੇ ਨੇ ਸਤਿਯੁਗ ਨੂੰ। ਇਹਨੂੰ ਸਮਝਣਾ ਵਾ। ਇਹ ਯੁੱਗ ਅਵਸਥਾ ਦੇ ਨਾਂ ਨੇ। ਜਿਹੜੇ ਪਿੱਛੇ ਭਰਮ ਪਾਏ ਹੋਏ ਨੇ ਉਹ ਸਭ ਝੂਠ ਹੈ। ਉਹਨੂੰ ਝੂਠ ਮੰਨ ਕੇ ਛੱਡ ਦੇਣਾ ਵਾ। ਸੰਸਾਰ ਹੀ ਝੂਠ ਹੈ। ਕੂੜ ਰਾਜਾ ਕੂੜ ਪ੍ਰਜਾ। ਅਸੀਂ ਕਿਹੜਾ ਸਤਰ ਲੈਣਾ? ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਸਤਰ ਧਰੈ। ਤਿੰਨ ਲੋਕਾਂ ਦਾ ਗਿਆਨ ਜਿਹੜੇ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਦੇ ਆ, ਉਹਨਾਂ ਦੇ ਸਿਰ 'ਤੇ ਉਹ ਸਤਰ ਰੱਖਦਾ। ਫਿਰ ਭਾਈ ਉਹਨਾਂ ਨੂੰ ਸਾਰਾ ਕੁਛ ਦੀਂਦਾ ਵਾ। ਉਹੀ ਤਾਂ ਗੁਰਸਿੱਖ ਨੇ ਜਿਨੀ ਨਾਮ ਧਿਆਇਆ, ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇਹ ਸਾਰੀ ਜਿਹੜੀ ਆਪਾਂ ਵਿਚਾਰ ਕੀਤੀ ਹੈ, ਰਹਿਮਤ ਲਈ ਹੈ ਸਤਿਗੁਰਾਂ ਦੀ। ਇਹ ਅਵਸਥਾ ਦੇ ਨਾਂ ਨੇ। ਕੋਈ ਯੁੱਗ ਅਲੱਗ ਨਹੀਂ ਹੈਗਾ। ਜਿਨ੍ਹਾਂ ਨੂੰ ਗਿਆਨ ਹੋ ਜੂ, ਉਹਨਾਂ ਨੂੰ ਸਮਝ ਆ ਜਾਊਗਾ। ਬਾਕੀ ਜੰਮਣ ਮਰਨ ਐਂ ਚੱਲਦਾ ਰਹੂਗਾ ਔਰ ਚੱਲਦਾ ਆਇਆ ਵਾ। ਆਪਾਂ ਇਹ ਤੋਂ ਬਚਣਾ ਵਾ। ਗੁਰੂ ਕੇ ਚਰਨ ਬਾਣੀ ਫੜਨੀ ਹੈ। ਆਪਾਂ ਆਪਦੇ ਘਰ ਪਹੁੰਚਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।